ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਲਾਸ 9th ਦੇ ਸਾਇੰਸ ਦੇ ਇੰਪੋਰਟੈਂਟ ਕੁਐਸਚਨ ਆਨਸਰ। ਪੰਜਾਬੀ ਮੀਡੀਅਮ ਦੇ ਵਿੱਚ ਮੈਂ ਵੀਡੀਓ ਪਹਿਲਾਂ ਹੀ ਅਪਲੋਡ ਕਰ ਚੁੱਕਿਆ ਤੇ ਇਹ ਜਿਹੜੀ ਆ ਹੁਣ ਇੰਗਲਿਸ਼ ਮੀਡੀਅਮ ਦੇ ਵਿੱਚ ਹੈ। ਤੁਹਾਡੇ ਸਿਲੇਬਸ ਦੇ ਵਿੱਚ ਜਿਹੜਾ ਫਸਟ ਚੈਪਟਰ ਤੁਹਾਨੂੰ ਆਣਾ ਉਹ ਐਟਮਸ ਐਂਡ ਮੋਲੀਕਿਊਲਸ ਵਾਲਾ। ਨੈਕਸਟ ਆਪਣੇ ਕੋਲ ਹੈਗਾ ਜੀ ਚੈਪਟਰ ਉਹ ਗ੍ਰੈਵਿਟੇਸ਼ਨ ਵਾਲਾ ਨੈਕਸਟ ਚੈਪਟਰ। ਐਂਡ ਥਰਡ ਜਿਹੜਾ ਚੈਪਟਰ ਆਪਣੇ ਕੋਲ ਥਰਡ ਹੈ ਜੀ ਆਪਣੇ ਕੋਲ ਇੰਪਰੂਵਮੈਂਟ ਇਨ ਫੂਡ ਰਿਸੋਰਸਿਸ। ਇਹਨਾਂ ਤਿੰਨ ਚੈਪਟਰ ਦੇ ਵਿੱਚੋਂ ਆਪਾਂ ਜਿਹੜੇ ਕੁਐਸਚਨ ਆਨਸਰ ਜਿਹੜੇ ਇੰਪੋਰਟੈਂਟ ਨੇ ਉਹਦੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ। ਸੋ ਜਿਨ੍ਹਾਂ ਸਟੂਡੈਂਟ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਤੱਕ ਜਲਦੀ ਪਹੁੰਚ ਜੇ ਤੇ ਆਪਣੇ ਐਗਜ਼ਾਮ ਦੀ ਜਿਹੜੀ ਤਿਆਰੀ ਆ ਉਹ ਚੰਗੇ ਤਰੀਕੇ ਨਾਲ ਕਰ ਸਕਣ। ਐਂਡ ਸਟੂਡੈਂਟ ਤੁਸੀਂ ਲਾਈਕ ਐਂਡ ਕਮੈਂਟ ਜਿਹੜਾ ਜ਼ਰੂਰ ਕਰਿਓ। ਕਮੈਂਟ ਦੇ ਵਿੱਚ ਚਾਹੇ ਤੁਸੀਂ ਬੇਸ਼ੱਕ ਕੋਈ ਥੈਂਕਸ ਹੀ ਲਿਖ ਦਿਆ ਕਰੋ ਜਾਂ ਫਿਰ ਮਤਲਬ ਕਿ ਤੁਸੀਂ ਕੁਝ ਵੀ ਜਿਹੜੀ ਕੋਈ ਇਮੋਜੀ ਜਿਹੜੀ ਹੈਗੀ ਆ ਤੁਸੀਂ ਕੋਈ ਉਹ ਸੈਂਡ ਤੁਸੀਂ ਕਰ ਸਕਦੇ ਹੋ। ਐਂਡ ਕਮੈਂਟ ਕਰਨ ਦੇ ਨਾਲ ਤੁਹਾਡੀ ਆਪਣੀ ਵੀ ਇੱਕ ਸਕਿੱਲ ਜਿਹੜੀ ਆ ਉਹ ਤੁਹਾਡੇ ਵਿੱਚ ਪੈਦਾ ਹੁੰਦੀ ਆ ਵੀ ਤੁਸੀਂ ਕਿਸੇ ਨਾਲ ਕੋਈ ਰਾਬਤਾ ਪੈਦਾ ਕਰ ਰਹੇ ਹੋ, ਤੁਸੀਂ ਮਤਲਬ ਕਿ ਕਿਸੇ ਨੂੰ ਕੁਝ ਕਹਿਣਾ ਚਾਹੁੰਦੇ ਹੋ, ਕੁਝ ਪੁੱਛਣਾ ਚਾਹੁੰਦੇ ਹੋ। ਇਹ ਤੁਹਾਡੇ ਵਿੱਚ ਕੁਐਸਚਨਿੰਗ ਦੀ ਜਿਹੜੀ ਤੁਹਾਡੀ ਸਕਿੱਲ ਹੈ ਇਹ ਵੀ ਮਤਲਬ ਕਿ ਤੁਹਾਡੇ ਦੇ ਵਿੱਚ ਪੈਦਾ ਹੁੰਦੀ ਆ ਔਰ ਮਤਲਬ ਕਿ ਤੁਸੀਂ ਇੱਕ ਵਧੀਆ ਜਿਹੜੇ ਆ ਐਂਡ ਤੁਸੀਂ ਵਧੀਆ ਜਿਹੜੇ ਫਿਰ ਇੱਕ ਸਟੂਡੈਂਟ ਜਿਹੜੇ ਤੁਸੀਂ ਉਹ ਬਣਦੇ ਹੋ ਕਿਉਂਕਿ ਸਟੂਡੈਂਟ ਦਾ ਜਿਹੜਾ ਕੰਮ ਹੁੰਦਾ ਕੁਝ ਨਾ ਕੁਝ ਪੁੱਛਣਾ ਐਂਡ ਕੁਝ ਨਾ ਕੁਝ ਦੱਸਣਾ। ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਸਾਇੰਸ। ਫਸਟ ਇੰਪੋਰਟੈਂਟ ਕੁਐਸਚਨ ਹੈ ਜੀ ਆਪਣੇ ਕੋਲ ਰਾਈਟ ਡਾਊਨ ਦਾ ਫਾਰਮੂਲਾਜ਼ ਆਫ ਸੋਡੀਅਮ ਆਕਸਾਈਡ। ਇਹਦਾ ਹੈ ਜੀ ਆਪਣੇ ਕੋਲ Na2O। ਇਹ ਸਾਡੇ ਕੋਲ ਇੰਪੋਰਟੈਂਟ ਕੁਐਸਚਨ ਹੈ। ਇਹ ਜਿਹੜਾ ਤੁਹਾਡੇ ਕੋਲ MCQ ਦੇ ਵਿੱਚ ਬਣ ਕੇ ਆ ਸਕਦਾ ਹੈ। ਨੈਕਸਟ ਆਪਣੇ ਕੋਲ ਇੰਪੋਰਟੈਂਟ ਹੈਗਾ ਜੀ ਆਪਣੇ ਕੋਲ ਸੋਡੀਅਮ ਸਲਫਾਈਡ ਦਾ Na2S। ਨੈਕਸਟ ਹੈ ਜੀ ਇੰਪੋਰਟੈਂਟ ਆਪਣੇ ਕੋਲ ਨੇਮਸ ਆਰ ਐਸ ਫੈਲੋ CaCl2 ਇਹਦੀ ਫੁੱਲ ਫਾਰਮ ਕੀ ਹੈ ਕੈਲਸ਼ੀਅਮ ਕਲੋਰਾਈਡ ਐਂਡ CaCO3 ਕੈਲਸ਼ੀਅਮ ਕਾਰਬੋਨੇਟ। ਇਹ ਇੰਪੋਰਟੈਂਟ ਜਿਹੜੇ ਨੇ ਤੁਸੀਂ ਆਪਣੇ ਸਾਰੇ ਵੀ ਤੁਸੀਂ ਇਹਨੂੰ ਯਾਦ ਕਰਕੇ ਜਾ ਸਕਦੇ ਹੋ ਪਰ ਜਿਹੜੇ ਮੋਸਟ ਇੰਪੋਰਟੈਂਟ ਇਹ ਦੋ ਨੇ ਆਪਣੇ ਕੋਲ। ਐਂਡ ਨੈਕਸਟ ਜਿਹੜਾ ਆਪਣੇ ਕੋਲ ਇੰਪੋਰਟੈਂਟ ਕੁਐਸਚਨ ਹੈ ਵਿਚ ਪੋਸਟੂਲੇਟ ਆਫ ਡਾਲਟਨਸ ਐਟੋਮਿਕ ਥਿਊਰੀ ਇਜ਼ ਦਾ ਰਿਜ਼ਲਟ ਆਫ ਦਾ ਲਾ ਆਫ ਕੰਜ਼ਰਵੇਸ਼ਨ ਆਫ ਮਾਸ। ਡਾਲਟਨ ਦੇ ਕਹਿੰਦਾ ਪਰਮਾਣੂ ਸਿਧਾਂਤ ਦਾ ਕਿਹੜਾ ਨੁਕਤਾ ਜਿਹੜਾ ਹੈਗਾ ਉਹ ਮਾਸ ਯਾਨੀ ਪੁੰਜ ਦੇ ਸੁਰੱਖਿਅਣ ਦੇ ਨਿਯਮ ਦਾ ਨਤੀਜਾ ਰਿਜ਼ਲਟ ਆ ਉਹਦਾ। So postulate of Dalton's atomic theory, atoms are indivisible particles which cannot be created or destroyed in a chemical reaction। ਕਹਿੰਦਾ ਜਿਹੜੇ ਪਰਮਾਣੂ ਨੇ ਉਹ ਪਦਾਰਥ ਦਾ ਨਾ ਵੰਡਣ ਯੋਗ ਛੋਟੇ ਤੋਂ ਛੋਟਾ ਜਿਹੜਾ ਉਹ ਕਣ ਹੁੰਦਾ ਹੈ। ਕਹਿੰਦਾ ਇਸ ਨੁਕਤੇ ਦੇ ਅਨੁਸਾਰ ਹਰ ਰਸਾਇਣਿਕ ਕਿਰਿਆ ਦੇ ਦੌਰਾਨ ਹਰ ਕੈਮੀਕਲ ਰਿਐਕਸ਼ਨ ਦੇ ਨਾਲ ਪੁੰਜ ਯਾਨੀ ਜਿਹੜਾ ਮਾਸ ਹੈ ਉਹ ਸੁਰੱਖਿਅਤ ਰਹਿੰਦਾ ਹੈ, ਡਿਸਟਰੋਇਡ ਜਿਹੜਾ ਉਹ ਨਹੀਂ ਹੁੰਦਾ। ਠੀਕ ਹੈ ਜੀ। ਨੈਕਸਟ ਹੈ ਜੀ ਆਪਣੇ ਕੋਲ ਵਾਟ ਇਜ਼ ਮੀਨਡ ਬਾय ਦਾ ਟਰਮ ਕੈਮੀਕਲ ਫਾਰਮੂਲਾ। ਕਹਿੰਦਾ ਰਸਾਇਣਿਕ ਸੂਤਰ ਤੋਂ ਤੁਹਾਡਾ ਕੀ ਭਾਵ ਹੈ। The chemical formula of a compound is a symbolic representation of its composition। Next important ਆਪਣੇ ਕੋਲ define the atomic mass unit। One atomic mass unit is a mass unit equal to exactly 1/12 the mass of one atom of carbon। Next important ਜਿਹੜੇ ਆਪਣੇ ਕੋਲ MCQ ਦੇ ਵਿੱਚ ਬਣ ਕੇ ਆ ਜਾਂਦੇ ਆ H2 ਦਾ ਕੀ ਆ ਆਪਣੇ ਕੋਲ ਮੋਲੀਕਿਊਲ ਮਾਸ ਕੀ ਆ ਇਸਦਾ 2U ਐਂਡ CH4 ਦਾ ਕੀ ਆ ਆਪਣੇ ਕੋਲ 16U। ਨੈਕਸਟ ਆਪਣੇ ਕੋਲ O2 ਮੋਲੀਕਿਊਲਰ ਮਾਸ ਇਹਦਾ ਆਪਣੇ ਕੋਲ 32U। ਨੈਕਸਟ ਹੈ ਜੀ ਆਪਣੇ ਕੋਲ what are polyatomic ions give example। ਕਹਿੰਦੇ ਬਹੁ ਪਰਮਾਣਵੀ ਆਇਨ ਜਿਹੜੇ ਆ ਉਹ ਕਿਹੜੇ ਹੁੰਦੇ ਨੇ the group of atoms which carry a fixed charge on them and behave as ions are called polyatomic ions। ਕਹਿੰਦੇ ਪਰਮਾਣੂਆਂ ਦਾ ਉਹ ਸਮੂਹ ਜਿਸ ਉੱਤੇ ਫਿਕਸਡ ਚਾਰਜ ਯਾਨੀ ਨੈਟ ਜਿਹੜਾ ਚਾਰਜ ਹੋਵੇ ਐਂਡ ਬਿਹੇਵ ਐਜ਼ ਆਇਨਸ ਉਹਨਾਂ ਨੂੰ ਬਹੁ ਪਰਮਾਣਵੀ ਜਿਹੜੇ ਆਇਨ ਜਿਹੜੇ ਉਹ ਕਿਹਾ ਜਾਂਦਾ ਹੈ। ਐਗਜ਼ਾਮਪਲ ਦੇ ਤੌਰ ਤੇ ਕਾਰਬੋਨੇਟ ਆਇਨ ਐਂਡ ਨਾਈਟ੍ਰੇਟ ਆਇਨ। ਨੈਕਸਟ ਹੈ ਜੀ ਆਪਣੇ ਕੋਲ ਗ੍ਰੈਵਿਟੇਸ਼ਨ। ਇਹਦੇ ਵਿੱਚ ਆਪਣੇ ਕੋਲ ਫਸਟ ਇੰਪੋਰਟੈਂਟ ਕੁਐਸਚਨ ਹੈ ਸਟੇਟ ਦਾ ਯੂਨੀਵਰਸਲ ਲਾ ਆਫ ਗ੍ਰੈਵਿਟੇਸ਼ਨ। It states that every object in the universe attracts every other object with the force। ਕਹਿੰਦਾ ਇਹਦੇ ਵਿੱਚ ਕੀ ਹੁੰਦਾ ਕਿ ਹਰੇਕ ਜਿਹੜਾ ਆਬਜੈਕਟ ਹੈ ਹਰੇਕ ਕੋਈ ਚੀਜ਼ ਜਿਹੜੀ ਹੈਗੀ ਆ ਉਹ ਜਿਹੜੀ ਯੂਨੀਵਰਸ ਦੇ ਵਿੱਚ ਆ ਉਹ ਅਟਰੈਕਟ ਕਰਦੀ ਹੈ ਐਵਰੀ ਅਦਰ ਆਬਜੈਕਟ ਨੂੰ ਹਰੇਕ ਦੂਜੇ ਆਬਜੈਕਟ ਨੂੰ ਅਟਰੈਕਟ ਕਰਦੀ ਹੈ ਵਿਦ ਦਾ ਫੋਰਸ ਦੇ ਨਾਲ which is directly proportional to product of their masses and ਜਿਹੜੀ ਹੈ ਕਹਿੰਦਾ ਉਹਨਾਂ ਦੇ masses ਦੀ ਪ੍ਰੋਡਕਟ ਦੇ ਮਤਲਬ ਕਿ ਪ੍ਰੋਪੋਰਸ਼ਨ ਹੁੰਦੀ ਆ ਐਂਡ ਯੂਨੀਵਰਸਲੀ ਪ੍ਰੋਪੋਰਸ਼ਨਲ ਟੂ ਸਕੁਅਰ ਆਫ ਦਾ ਡਿਸਟੈਂਸ ਬਿਟਵੀਨ them। The force is along the line joining the center of two objects। Next important ਹੈ ਜੀ ਆਪਣੇ ਕੋਲ what do you mean by buoyancy।
ਬਿਊਜੈਂਸੀ ਮੀਨਸ ਉਛਾਲ ਬਲ ਨੂੰ ਪੰਜਾਬੀ ਚ ਕਹਿ ਦਿੰਦੇ ਆ। ਇਟ ਇਜ਼ ਐਨ ਅਪਵਰਡ ਫੋਰਸ, ਕਹਿੰਦੇ ਅਪਵਰਡ ਫੋਰਸ ਜਿਹੜੀ ਉੱਪਰ ਨੂੰ ਲੱਗਦੀ ਹੈ, exerted by a fluid on an object emerging in the fluid। next ਹੈ ਜੀ ਆਪਣੇ ਕੋਲ important, you find your mass to be 42 ਕਿਲੋਗ੍ਰਾਮ on a weighing machine। ਕਹਿੰਦਾ ਤੁਸੀਂ ਆਪਣਾ ਜਿਹੜਾ ਭਾਰ ਆ ਉਹ ਵੇਟਿੰਗ ਮਸ਼ੀਨ ਦੇ ਵਿੱਚ 42 ਕਿਲੋ ਦੇਖਦੇ ਹੋ। is your mass more or less, ਕਹਿੰਦੇ ਵੀ ਤੁਹਾਡਾ ਜਿਹੜਾ ਇਹ ਭਾਰ ਹੈ ਉਹ ਵੱਧ ਹੋਊਗਾ ਜਾਂ ਫਿਰ ਘੱਟ ਹੋਊਗਾ। ਕਹਿੰਦੇ our mass will be more than, ਕਹਿੰਦਾ ਸਾਡਾ ਜਿਹੜਾ ਭਾਰ ਆ ਉਹ 42 ਕਿਲੋ ਤੋਂ ਵੱਧ ਹੋਊਗਾ। ਕਿਉਂ ਹੋਊਗਾ? this is because of upthrust exerted by air on our body। ਕਹਿੰਦਾ ਇਹ ਜਿਹੜਾ ਹਵਾ ਦੇ ਵਿੱਚ ਉਛਾਲ ਬਲ ਕਾਰਨ, upthrust ਦੇ ਕਾਰਨ ਜਿਹੜਾ ਇਹ ਸਾਡੇ ਜਿਹੜਾ ਭਾਰ ਆ ਉਹ ਵੱਧ ਦਿਖੂਗਾ। ਨੈਕਸਟ ਹੈ ਜੀ ਇੰਪੋਰਟੈਂਟ, what do you mean by free fall, ਸੁਤੰਤਰ ਡਿੱਗਣ ਇਹਨੂੰ ਪੰਜਾਬੀ ਚ ਕਹਿੰਦੇ ਆ। ਉਹਨੂੰ ਸਾਡਾ ਉਹਦਾ ਮਤਲਬ ਕੀ ਆ? fall of an object towards earth due to earth's gravitational, ਕਹਿੰਦਾ ਕਿਸੇ ਆਬਜੈਕਟ ਦਾ ਗਿਰਨਾ ਟੁਵਾਰਡ ਕਿਹਦੇ ਵੱਲ? ਅਰਥ ਵੱਲ ਨੂੰ ਡਿੱਗਦੀ ਹੈ ਡਿਊ ਟੂ ਅਰਥ ਗ੍ਰੈਵਿਟੇਸ਼ਨਲ, ਅਰਥ ਦੀ ਧਰਤੀ ਦੀ ਗੁਰੁਤਾਕਰਸ਼ਣ ਕਰਕੇ। ਪੁੱਲ ਇਜ਼ ਨੋਨ ਐਜ਼ ਫ੍ਰੀ ਫਾਲ, ਤਾਂ ਇਹਨੂੰ ਅਸੀਂ ਕੀ ਕਹਿੰਦੇ ਆ? ਸੁਤੰਤਰ ਡਿੱਗਣਾ, ਫ੍ਰੀ ਫਾਲ ਜਿਹੜਾ ਇਹਨੂੰ ਕਿਹਾ ਜਾਂਦਾ। ਨੈਕਸਟ ਹੈ ਜੀ ਇੰਪੋਰਟੈਂਟ ਆਪਣੇ ਕੋਲ, ਵਾਟ ਆਰ ਦਾ ਡਿਫਰੈਂਸ ਬਿਟਵੀਨ ਦਾ ਮਾਸ ਆਫ ਐਨ ਆਬਜੈਕਟ ਐਂਡ ਇਜ਼ weight। ਇਹਦੇ ਵਿੱਚ ਤੁਸੀਂ ਡਿਫਰੈਂਟ ਦੱਸਣਾ ਹੈ। ਮਾਸ ਦੇ ਵਿੱਚ ਆ ਦਾ ਟੋਟਲ ਕੁਆਂਟੀਟੀ ਆਫ ਮੈਟਰ ਕੰਟੇਨਡ ਇਨ ਅ ਬੋਡੀ ਇਜ਼ ਕਾਲਡ ਦਾ ਮਾਸ ਆਫ ਦਾ ਬੋਡੀ, and weight which this is the magnitude of force with which earth attracts towards its center। ਕਹਿੰਦਾ ਇਹ ਕਿਸੇ ਮਤਲਬ ਕਿ ਵਸਤੂ ਦੇ ਵਿੱਚ, ਆਬਜੈਕਟ ਦੇ ਵਿੱਚ ਮੌਜੂਦ ਪਦਾਰਥ ਦੀ ਜਿਹੜੀ ਆ ਉਹ ਕੁੱਲ ਮਾਤਰਾ ਹੈ, ਤੇ ਇਹ ਜਿਹੜਾ weight ਆਪਣੇ ਕੋਲ ਕਹਿੰਦਾ ਇਹ ਉਸ ਬਲ ਦੀ ਮਾਤਰਾ ਹੈ, ਉਸ ਫੋਰਸ ਦੀ ਮਤਲਬ ਕਿ ਕੁਆਂਟੀਟੀ ਹੈ ਜਿਸ ਦੇ ਨਾਲ ਜਿਹੜੀ ਧਰਤੀ ਹੈ, ਅਰਥ ਜਿਹੜੀ ਹੈ ਉਹ ਆਪਣੇ ਵੱਲ ਨੂੰ ਅਟਰੈਕਟ ਕਰਦੀ ਹੈ, ਆਪਣੇ ਸੈਂਟਰ ਵੱਲ ਨੂੰ ਅਟਰੈਕਟ ਕਰਦੀ ਹੈ। ਨੈਕਸਟ ਮਾਸ ਵਿੱਚ ਹੈ, ਇਟ ਕੈਨ ਨੈਵਰ ਬੀ ਜ਼ੀਰੋ, ਇਹ ਜ਼ੀਰੋ ਨਹੀਂ ਹੋ ਸਕਦੀ। weight ਜਿਹੜਾ ਹੈਗਾ ਜ਼ੀਰੋ ਹੋ ਸਕਦਾ। ਮਾਸ ਵਿੱਚ ਮਾਸ ਆਫ ਅ ਬੋਡੀ ਰਿਮੇਨਸ ਕਨਸਟੈਂਟ, ਇਹ ਇੱਕ ਜਿਹੜੀ ਹੈ ਸਕੇਲਰ ਰਾਸ਼ੀ ਹੈ। ਐਂਡ weight ਜਿਹੜਾ ਹੈਗਾ ਇਟ ਇਜ਼, ਐਂਡ weight ਜਿਹੜਾ ਹੈਗਾ weight of a body changes from place to place, ਇਹ ਜਿਹੜਾ ਚੇਂਜ ਹੁੰਦਾ ਰਹਿੰਦਾ place to place। ਮਾਸ ਇਟ ਇਜ਼ measured in kg, ਇਹ kg ਦੇ ਵਿੱਚ measured ਕੀਤਾ ਜਾਂਦਾ ਹੈ। ਐਂਡ weight ਜਿਹੜਾ ਹੈਗਾ ਇਟ ਇਜ਼ measured in kg ਔਰ ਨਿਊਟਨ। ਮਾਸ ਇਟ ਇਜ਼ ਅ ਸਕੇਲਰ ਕੁਆਂਟੀਟੀ ਐਂਡ weight ਜਿਹੜੀ ਹੈਗੀ ਇਟ ਇਜ਼ ਅ ਵੈਕਟਰ ਕੁਆਂਟੀਟੀ। ਨੈਕਸਟ ਇੰਪੋਰਟੈਂਟ ਆਪਣੇ ਕੋਲ, ਹਾਊ ਡਸ ਦਾ ਫੋਰਸ ਆਫ ਗ੍ਰੈਵਿਟੇਸ਼ਨ ਬਿਟਵੀਨ ਟੂ ਆਬਜੈਕਟਸ ਚੇਂਜਸ ਵੈਨ ਦਾ ਡਿਸਟੈਂਸ ਬਿਟਵੀਨ them ਇਜ਼ reduced to half। ਕਹਿੰਦਾ ਜਦ ਮਤਲਬ ਕਿ ਦੋ ਆਬਜੈਕਟ, ਦੋ ਚੀਜ਼ਾਂ ਦੇ ਵਿਚਕਾਰ ਜਿਹੜੀ ਦੂਰੀ ਹੈ ਉਹ ਅੱਧੀ ਕਰ ਦਿੱਤੀ ਜਾਵੇ, ਹਾਫ ਕਰ ਦਿੱਤੀ ਜਾਵੇ, ਤਾਂ ਉਹਨਾਂ ਦੇ ਵਿੱਚ ਜਿਹੜਾ ਗ੍ਰੈਵਿਟੇਸ਼ਨ ਹੈ, ਗੁਰੁਤਾਕਰਸ਼ਣ ਹੈ, ਉਹ ਕਿਵੇਂ ਜਿਹੜਾ ਕੰਮ ਕਰੂਗਾ ਆਪਣਾ। ਸੋ ਆਨਸਰ ਹੈ ਇਹਦਾ, ਦਾ ਫੋਰਸ ਆਫ ਗ੍ਰੈਵਿਟੇਸ਼ਨ ਬਿਟਵੀਨ ਟੂ ਆਬਜੈਕਟਸ increases 4 times। ਕਹਿੰਦਾ ਉਹਦੇ ਵਿੱਚ ਜਿਹੜਾ ਗੁਰੁਤਾਕਰਸ਼ਣ ਗ੍ਰੈਵਿਟੇਸ਼ਨ ਆ ਉਹ 4 ਗੁਣਾ ਜਿਹੜਾ ਹੈਗਾ ਉਹ ਵੱਧ ਜਾਏਗਾ। ਨੈਕਸਟ ਹੈ ਜੀ ਆਪਣੇ ਕੋਲ, why is the weight of an object on the moon 1.6 its weight on the earth। ਕਹਿੰਦਾ ਕਿਸੇ ਵਸਤੂ ਦਾ ਚੰਨ ਤੇ ਜਿਹੜਾ ਭਾਰ ਹੈ ਉਹ ਧਰਤੀ ਅਤੇ ਉਸ ਦੇ ਭਾਰ ਦਾ 1/6ਵਾਂ ਜਿਹੜਾ ਹਿੱਸਾ ਹੈ ਉਹ ਕਿਉਂ ਹੁੰਦਾ ਹੈ। ਕਹਿੰਦਾ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਐਟ ਮੂਨ ਇਜ਼ 1.6 than at earth's surface, for this reason weight of an object on the moon 1.6 its weight on the earth। next ਹੈ ਜੀ ਆਪਣੇ ਕੋਲ, if the moon attracts the earth why does the earth not move towards the ਮੂਨ। ਕਹਿੰਦਾ ਜੇਕਰ ਜਿਹੜਾ ਚੰਨ ਹੈ ਉਹ ਧਰਤੀ ਨੂੰ ਅਟਰੈਕਟ ਕਰਦਾ ਹੈ ਤਾਂ ਜਿਹੜੀ ਧਰਤੀ ਹੈ ਉਹ ਚੰਨ ਵੱਲ ਨੂੰ ਗਤੀ ਕਿਉਂ ਨਹੀਂ ਕਰਦੀ। ਸੋ ਆਨਸਰ ਹੈ ਇਹਦਾ, ਐਜ਼ ਯੂਨੀਵਰਸਲ ਲਾ ਆਫ ਗ੍ਰੈਵਿਟੇਸ਼ਨ। ਕਹਿੰਦਾ ਯੂਨੀਵਰਸਲ ਲਾ ਆਫ ਗ੍ਰੈਵਿਟੇਸ਼ਨ ਦੇ ਅਨੁਸਾਰ that earth and moon attract each other with the force which is equal। ਕਹਿੰਦਾ ਬਰਾਬਰ ਫੋਰਸ ਲਾਉਂਦੇ ਨੇ but in opposite direction, ਪਰ opposite direction ਦੇ ਵਿੱਚ ਹੁੰਦੇ ਨੇ। ਸੋ ਅਰਥ ਇਜ਼ ਹੈਵੀਅਰ ਦੈਨ ਮੂਨ। ਸੋ ਅਰਥ ਜਿਹੜੀ ਹੈਗੀ ਆ ਮੂਨ ਨਾਲੋਂ ਬਹੁਤ ਭਾਰੀ ਆ। ਸੋ ਅਰਥ ਡਸ ਨੋਟ ਮੂਵ ਟੁਵਾਰਡ ਮੂਨ। ਸੋ ਇਸ ਕਰਕੇ ਜਿਹੜੀ ਅਰਥ ਹੈ, ਧਰਤੀ ਆ, ਉਹ ਚੰਦ ਦੇ ਵੱਲ ਖਿੱਚੀ ਨਹੀਂ ਜਾਂਦੀ। ਇਨਫੈਕਟ ਮੂਨ ਰਿਵੋਲਵਸ ਅਰਾਊਂਡ ਦਾ ਅਰਥ। ਨੈਕਸਟ ਹੈ ਜੀ, ਵਾਟ ਇਜ਼ ਦਾ ਐਕਸਲਰੇਸ਼ਨ ਆਫ ਫ੍ਰੀ ਫਾਲ। ਐਕਸਲਰੇਸ਼ਨ ਕੀ ਹੈ ਫ੍ਰੀ ਫਾਲ ਦਾ? 9.8 ਮੀਟਰ ਪਰ ਸੈਕਿੰਡ ਸਕੁਅਰ। ਇਹ ਸਾਡੇ ਕੋਲ MCQ ਦੇ ਵਿੱਚ ਜਿਹੜੇ ਕੁਐਸਚਨ ਦੇਖਣ ਨੂੰ ਮਿਲ ਸਕਦੇ ਆ। ਨੈਕਸਟ ਹੈ, ਵਾਈ ਡੂ ਵੀ ਕਾਲ ਦਾ ਗ੍ਰੈਵਿਟੇਸ਼ਨਲ ਫੋਰਸ ਬਿਟਵੀਨ ਦਾ ਅਰਥ ਐਂਡ ਐਨ ਆਬਜੈਕਟ। ਸੋ ਰਾਈਟ ਆਨਸਰ ਇਜ਼ ਗ੍ਰੈਵਿਟੀ। ਨੈਕਸਟ ਆਪਣੇ ਕੋਲ, ਵਾਈ ਡਸ ਦਾ ਬਲੌਕ ਆਫ ਪਲਾਸਟਿਕ ਰਿਲੀਜ਼ਡ ਅੰਡਰ ਵਾਟਰ ਕਮ ਅਪ ਟੂ ਦਾ ਸਰਫੇਸ ਆਫ ਵਾਟਰ।
ਸੋ ਪਲਾਸਟਿਕ ਬਲੋਕ ਕਮ ਅਪ ਦਾ ਕਹਿੰਦਾ ਇੱਕ ਜਿਹੜਾ ਪਲਾਸਟਿਕ ਦਾ ਜਿਹੜਾ ਟੁਕੜਾ ਹੈ ਉਹ ਪਾਣੀ 'ਚ ਜਦੋਂ ਆਪਾਂ ਉਹਨੂੰ ਛੱਡ ਦਿੰਨੇ ਆ ਤਾਂ ਉਹ ਪਾਣੀ ਦੀ ਸਤ੍ਹਾ ਤੇ ਕਿਉਂ ਆ ਜਾਂਦਾ? ਤਾਂ ਆਨਸਰ ਹੈਗਾ ਪਲਾਸਟਿਕ ਬਲੋਕ ਕਮ ਅਪ ਟੂ ਦਾ surface of water because the up thrust acting on the block of plastic by the water is greater than the weight of the plastic block। ਕਹਿੰਦਾ ਕਿਉਂਕਿ ਜਿਹੜਾ ਪਲਾਸਟਿਕ ਦੇ ਟੁਕੜੇ ਉੱਤੇ ਅਪ ਥਰਸਟ ਯਾਨੀ ਕਿ ਉਛਾਲ ਬਲ ਜਿਹੜਾ ਹੈਗਾ ਉਹਦੇ ਭਾਰ ਨਾਲੋਂ ਵੱਧ ਜਿਹੜਾ ਕਿਰਿਆ ਉਹ ਕਰਦਾ, ਸੋ ਇਸ ਕਰਕੇ ਉਹ ਜਿਹੜਾ ਪਾਣੀ ਦੀ ਸਤ੍ਹਾ ਦੇ ਉੱਪਰ ਆ ਜਾਂਦਾ। ਨੈਕਸਟ ਹੈ ਜੀ ਆਪਣੇ ਕੋਲ in what direction does the buoyant force on an object immersed in a liquid act। ਕਹਿੰਦਾ ਕਿਸੇ ਮਤਲਬ ਕਿ ਦਰਵ ਦੇ ਵਿੱਚ ਡੁੱਬੀ ਹੋਈ ਜਿਹੜੀ ਚੀਜ਼ ਹੈ ਉਸ ਤੇ ਜਿਹੜਾ ਉਛਾਲ ਬਲ ਹੈ ਉਹ ਕਿਸ ਦਿਸ਼ਾ ਦੇ ਵਿੱਚ ਕੰਮ ਕਰੂਗਾ? ਸੋ ਇਹ ਹੈਗੀ ਆਪਣੇ ਕੋਲ ਇਨ ਵਰਟੀਕਲੀ ਅਪਵਰਡ ਡਾਇਰੈਕਸ਼ਨ ਯਾਨੀ ਲੰਬਾਤਮਕ ਜਿਹੜੀ ਹੈ ਸਿੱਧੀ ਉੱਪਰ ਵੱਲ ਨੂੰ ਕਿਰਿਆ ਜਿਹੜੀ ਉਹ ਕਰੂਗਾ। ਨੈਕਸਟ ਇੰਪੋਰਟੈਂਟ ਚੈਪਟਰ ਹੈ ਜੀ ਆਪਣੇ ਕੋਲ ਇੰਪਰੂਵਮੈਂਟ ਇਨ ਫੂਡ ਰਿਸੋਰਸਿਸ। ਇਹਦੇ ਵਿੱਚ ਆਪਾਂ ਦੇਖ ਲੈਂਦੇ ਹਾਂ ਕਿਹੜੇ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਆਪਣੇ ਕੋਲ। ਫਸਟ ਹੈ ਜੀ ਆਪਣੇ ਕੋਲ ਇੰਪੋਰਟੈਂਟ ਕੁਐਸਚਨ ਵਾਟ ਡੂ ਵੀ ਗੈਟ ਫਰੋਮ ਸੀਰੀਅਲਸ ਪਲਸਿਸ ਫਰੂਟਸ ਐਂਡ ਵੈਜੀਟੇਬਲ। ਕਹਿੰਦੇ ਅਨਾਜ ਦਾਲਾਂ ਤੇ ਸਬਜ਼ੀਆਂ ਤੋਂ ਸਾਨੂੰ ਕੀ ਮਿਲਦਾ? ਸੋ ਪਹਿਲਾ ਕੀ ਮਿਲਦੀ ਆਪਣੇ ਕੋਲ ਸੀਰੀਅਲਸ ਆਰ ਦਾ ਸੋਰਸ ਆਫ ਕਾਰਬੋਹਾਈਡਰੇਟ। ਅਨਾਜ ਤੋਂ ਸਾਨੂੰ ਕਾਰਬੋਹਾਈਡਰੇਟ ਮਿਲਦੇ ਆ ਵਿਚ ਪ੍ਰੋਵਾਈਡ એનર્ਜੀ ਜਿਹੜੇ ਸਾਨੂੰ એનર્ਜੀ ਦਿੰਦੇ ਨੇ ਜਿਵੇਂ ਕਿ ਵੀਟ ਐਂਡ ਰਾਈਸ। ਐਂਡ ਨੈਕਸਟ ਹੈ ਪਲਸਿਸ ਆਰ ਸੋਰਸ ਆਫ ਪ੍ਰੋਟੀਨ। ਦਾਲਾਂ ਜਿਹੜੀਆਂ ਸਾਨੂੰ ਪ੍ਰੋਟੀਨ ਦਿੰਦੀਆਂ ਜਿਵੇਂ ਕਿ ਪੀ ਐਂਡ ਸੋਇਆਬੀਨ। ਜਾਂ ਵੈਜੀਟੇਬਲ ਐਂਡ ਫਰੂਟਸ ਆਰ ਸੋਰਸ ਆਫ ਵਿਟਾਮਿਨ। ਫਰੂਟ ਤੇ ਸਬਜ਼ੀਆਂ ਸਾਨੂੰ ਕੀ ਦਿੰਦੀਆਂ? ਵਿਟਾਮਿਨ ਦਿੰਦੀਆਂ, ਮਿਨਰਲਸ ਦਿੰਦੀਆਂ, ਕਾਰਬੋਹਾਈਡਰੇਟ ਦਿੰਦੀਆਂ, ਪ੍ਰੋਟੀਨ ਐਂਡ ਫੈਟਸ। ਐਗਜ਼ਾਮਪਲ ਮੈਂਗੋ। ਨੈਕਸਟ ਆਪਣੇ ਕੋਲ ਡਿਫਰੈਂਸ ਦੱਸਣਾ ਸੀ ਫਰਟੀਲਾਈਜ਼ਰ ਐਂਡ ਮੈਨਿਅਰ ਦਾ ਯਾਨੀ ਆਪਣੇ ਕੋਲ ਜਿਹੜੀਆਂ ਰਸਾਇਣਿਕ ਖਾਦਾਂ ਤੇ ਰੂੜੀ ਖਾਦਾਂ। ਸੋ ਇਹਦੇ ਕੋਲ ਪਹਿਲਾਂ ਆਪਣੇ ਕੋਲ these are man made, ਇਹ man made ਦੁਆਰਾ ਬਣਾਈਆਂ ਗਈਆਂ ਐਂਡ ਮੈਨੂਅਰ ਜਿਹੜੀ ਹੈਗੀਆਂ these are natural, ਇਹ ਕੁਦਰਤੀ ਹੁੰਦੀਆਂ। ਫਰਟੀਲਾਈਜ਼ਰ these are made up of chemical, ਇਹ ਕੈਮੀਕਲ ਦੇ ਨਾਲ ਬਣਾਈਆਂ ਜਾਂਦੀਆਂ। ਐਂਡ ਮੈਨੂਅਰ ਜਿਹੜੀਆਂ ਹੁੰਦੀਆਂ these are made up of decomposition of cattle dung, human waste and plant ਰੈਸੀਡਿਊ। ਇਹ ਮਤਲਬ ਕਿ ਬੇਕਾਰ ਜਿਹੜੇ ਪਦਾਰਥ ਹੁੰਦੇ ਆ ਉਹ ਪੌਦਿਆਂ ਦੇ ਹੁੰਦੇ ਜਾਂ ਆਪਣੇ ਹੁੰਦੇ ਨੇ ਉਹ ਮਤਲਬ ਕਿ ਵੇਸਟ ਤਰੀਕਿਆਂ ਦੇ ਨਾਲ ਜਿਹੜੀ ਚੀਜ਼ ਤਿਆਰ ਕੀਤੀ ਜਾਂਦੀ ਆ ਉਹ ਜਿਹੜੀਆਂ ਰੂੜੀ ਖਾਦਾਂ। ਨੈਕਸਟ ਆਪਣੇ ਕੋਲ these are prepared in factories, ਕਹਿੰਦਾ ਇਹ ਫੈਕਟਰੀ ਦੇ ਵਿੱਚ ਪ੍ਰੀਪੇਅਰਡ ਹੁੰਦੀਆਂ। ਐਂਡ ਮੈਨਰ ਜਿਹੜੀਆਂ these are prepared in fields, ਇਹਨੂੰ ਮਤਲਬ ਕਿ ਖੇਤਾਂ ਦੇ ਵਿੱਚ ਪ੍ਰੀਪੇਅਰ ਕੀਤਾ ਜਾਂਦਾ, ਤਿਆਰ ਕੀਤਾ ਜਾਂਦਾ। Next, they do not provide human to soil and manure they provide humans to the soil. Next, they cause soil pollution, ਕਹਿੰਦਾ ਇਹਦੇ ਕਾਰਨ soil ਜਿਹੜਾ pollution ਹੁੰਦਾ ਸੋ ਇਹਦੇ ਨਾਲ they do not cause soil pollution, ਇਹ ਜਿਹੜਾ pollution ਦਾ ਕਾਰਨ ਨਹੀਂ ਬਣਦੀਆਂ। ਨੈਕਸਟ ਹੈ ਜੀ ਆਪਣੇ ਕੋਲ ਕਹਿੰਦਾ ਹਾਊ ਡੂ ਬਾਇਓਟਿਕ ਐਂਡ ਬਾਇਓਟਿਕ। ਆਨਸਰ ਹੈ ਜੀ ਇਹਦਾ ਬਾਇਓਟਿਕ ਫੈਕਟਰਸ ਵਿਚ ਕਾਜ਼ ਲੋਸ ਆਫ ਗ੍ਰੇਨਸ ਆਰ ਰੋਡੈਂਟਸ, ਪੈਟਸ, ਇਨਸੈਕਟਸ ਐਟਸੈਟਰਾ ਦੇ ਕੈਨ ਰਿਡਿਊਸ ਕ੍ਰੌਪ ਪ੍ਰੋਡਕਸ਼ਨ। ਬਾਇਓਟਿਕ ਤੇ ਅਬਾਇਓਟਿਕ ਹੁੰਦੇ ਆ, ਜੈਵਿਕ ਤੇ ਅਜੈਵਿਕ। ਜੈਵਿਕ ਦੇ ਵਿੱਚ ਕੀ ਹੁੰਦੇ ਆ? ਇਹਦੇ ਵਿੱਚ ਮਤਲਬ ਕਿ ਜਿਹੜੇ ਕਹਿੰਦਾ ਇਹਦੇ ਵਿੱਚ ਜਿਹੜੇ ਰੋਗ ਪੈਦਾ ਕਰਨ ਵਾਲੇ ਸੂਖਮ ਜੀਵ, ਕੀਟ ਅਤੇ ਚੂਹੇ ਜਿਹੜੇ ਆਦਿ ਹੁੰਦੇ ਨੇ ਸੋ ਦੇ ਕੈਨ ਰਿਡਿਊਸ ਕ੍ਰੌਪ ਪ੍ਰੋਡਕਸ਼ਨ, ਜਿਹੜੇ ਕਿ ਮਤਲਬ ਕਿ ਉਹਦੀ ਫਸਲ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਘਟਾ ਦਿੰਦੇ ਨੇ। ਸੋ ਨੈਕਸਟ ਹੈ ਅਬਾਇਓਟਿਕ ਫੈਕਟਰ ਜਿਹੜੇ ਹੁੰਦੇ ਆ ਸੱਚ ਐਸ ਟੈਂਪਰੇਚਰ, ਹਿਊਮਿਡਿਟੀ, ਮੌਇਸਚਰਾਈਜ਼ਰ ਆਲਸੋ ਅਫੈਕਟ ਦਾ ਕ੍ਰੌਪ ਪ੍ਰੋਡਕਸ਼ਨ ਐਜ਼ they play vital role in germination and growth of plants। ਕਹਿੰਦਾ ਜਿਹੜੇ ਮਤਲਬ ਕਿ ਅਜੈਵਿਕ ਜਿਹੜੇ ਹੁੰਦੇ ਆਪਣੇ ਕੋਲ ਕਾਰਕ ਹੁੰਦੇ ਨੇ ਕਹਿੰਦਾ ਉਹ 'ਚ ਫਸਲਾਂ ਤੇ ਵੱਧ ਉਤਪਾਦਨ ਦੇ ਲਈ ਟੈਂਪਰੇਚਰ, ਹਿਊਮਿਡਿਟੀ, ਮੌਇਸਚਰਾਈਜ਼ਰ ਇਹ ਸਾਰਾ ਕੁਝ ਜਿਹੜਾ ਆਪਣੇ ਕੋਲ ਸਹੀ ਮਾਤਰਾ ਦੇ ਵਿੱਚ ਜਿਹੜਾ ਹੋਣਾ ਚਾਹੀਦਾ। ਨੈਕਸਟ ਆਪਣੇ ਕੋਲ ਇੰਪੋਰਟੈਂਟ ਜਿਹੜਾ ਵਾਟ ਆਰ ਮਾਈਕਰੋ ਨਿਊਟ੍ਰੀਐਂਟਸ ਐਂਡ ਵਾਈ ਆਰ ਦੇ ਕਾਲਡ ਮਾਈਕਰੋ ਨਿਊਟ੍ਰੀਐਂਟਸ। ਕਹਿੰਦਾ ਬਹੁ ਮਾਤਰੀ ਜਿਹੜੇ ਪੋਸ਼ਕ ਤੱਤ ਉਹ ਕੀ ਹਨ ਐਂਡ ਇਹਨਾਂ ਨੂੰ ਬਹੁ ਮਾਤਰੀ ਜਿਹੜਾ ਕਿਉਂ ਕਿਹਾ ਜਾਂਦਾ। ਸੋ ਮਾਈਕਰੋ ਨਿਊਟ੍ਰੀਐਂਟਸ ਆਰ ਰਿਕੁਆਇਰਡ ਬਾਈ ਪਲਾਂਟਸ ਇਨ ਮੇਜਰ ਕੁਆਂਟੀਟੀ। ਕਹਿੰਦਾ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਹੁੰਦੇ ਆ ਇਹ ਪਲਾਂਟਸ ਦੇ ਦੁਆਰਾ ਮਤਲਬ ਕਿ ਮੇਜਰ ਕੁਆਂਟੀਟੀ ਦੇ ਵਿੱਚ ਰਿਕੁਆਇਰਡ ਹੁੰਦੇ ਆ, ਚਾਹੀਦੇ ਹੁੰਦੇ ਆ ਐਂਡ ਆਰ ਵੈਰੀ essential ਤੇ ਬਹੁਤ ਜ਼ਰੂਰੀ ਹੁੰਦੇ ਆ ਫॉर ਪਲਾਂਟ ਗਰੋਥ, ਪਲਾਂਟ ਦੀ ਗਰੋਥ ਦੇ ਲਈ। ਦਾ ਮੇਨ ਮਾਈਕਰੋ ਨਿਊਟ੍ਰੀਐਂਟਸ ਕਿਹੜੇ ਹੁੰਦੇ ਆ ਆਪਣੇ ਕੋਲ? ਨਾਈਟ੍ਰੋਜਨ, ਫਾਸਫੋਰਸ, ਸਲਫਰ, these are main constituent of proteins। next calcium, it is found in cell wall। next magnesium, it is needed in chlorophyll। next important, how do plants get nutrients? ਜਿਹੜੇ ਪਲਾਂਟਸ ਨੇ ਉਹ ਮਤਲਬ ਕਿ ਨਿਊਟ੍ਰੀਐਂਟਸ ਆਪਣਾ ਭੋਜਨ ਜਿਹੜੇ ਕਿਵੇਂ ਲੈਂਦੇ ਆ। ਸੋ ਸੋਲੂਸ਼ਨ ਹੈਗਾ ਇਹਦਾ ਆਨਸਰ ਹੈ soil is the main source of nutrients। ਮਿੱਟੀ ਜਿਹੜੀ ਹੈਗੀ ਆ ਮੇਨ ਸੋਰਸ ਆ ਉਹਨਾਂ ਦਾ for plants।
plants absorb the dissolved nutrients by the roots from the soil। ਕਹਿੰਦਾ ਆਪਣੀ ਜੜ੍ਹਾਂ ਤੋਂ ਮਤਲਬ ਕਿ ਜਿਹੜੇ ਆਪਣੀ ਭੋਜਨ ਜਿਹੜਾ ਬਣਾਉਂਦੇ ਰਹਿੰਦੇ ਨੇ। this water absorbed by the roots is transported by the xylem tissue throughout the plant body। next ਹੈ ਜੀ ਆਪਣੇ ਕੋਲ why are manure and fertilizer used in field। ਕਹਿੰਦੇ manure and fertilizer provide essential nutrients to the soil, therefore they help in good growth of plants। in this way crop production is increased। next what are the advantage of intercropping and crop rotation। ਇਹਦਾ ਮਤਲਬ ਕਿ ਐਡਵਾਂਟੇਜ ਤੁਸੀਂ ਦੱਸਣਾ ਇੰਟਰਕ੍ਰੋਪਿੰਗ ਤੇ ਕ੍ਰੌਪ ਰੋਟੇਸ਼ਨ ਦੇ। ਫਸਟ ਆਪਣੇ ਕੋਲ ਇਨ ਮੇਨਟੇਨਿੰਗ ਸੋਇਲ ਫਰਟੀਲਿਟੀ, ਇਹ ਕਹਿੰਦਾ ਜਿਹੜੀ ਫਸਲ ਦੀ ਉਪਜਾਊ ਸ਼ਕਤੀ ਨੂੰ ਇਹ ਬਰਕਰਾਰ ਰੱਖਦੇ ਨੇ। ਟੂ ਸੇਵ ਟਾਈਮ ਐਂਡ ਲੇਬਰ, ਟਾਈਮ ਤੇ ਲੇਬਰ ਸੇਵ ਹੁੰਦੀ ਹੈ। ਟੂ ਇਨਕਰੀਜ਼ ਪ੍ਰੋਡਕਟਿਵਿਟੀ ਪਰ ਯੂਨਿਟ ਏਰੀਆ, ਇਹਦੀ ਪ੍ਰੋਡਕਟਿਵਿਟੀ ਵੱਧ ਹੁੰਦੀ ਇਹਦੇ ਨਾਲ। ਟੂ ਰਿਡਿਊਸ ਪੈਸਟ ਇਨਫੈਸਟੇਸ਼ਨ ਐਂਡ ਡਿਸੀਜ਼ਿਜ਼, ਬਿਮਾਰੀਆਂ ਜਿਹੜੀਆਂ ਇਹਨਾਂ ਨਾਲ ਘੱਟ ਲੱਗਦੀਆਂ। ਟੂ ਹੈਲਪ ਇਨ ਵੀਡ ਕੰਟਰੋਲ, ਇਹਨਾਂ ਜਿਹੜੇ ਵੀਡ ਨੇ ਮਤਲਬ ਕਿ ਕੰਟਰੋਲ ਦੇ ਵਿੱਚ ਰਹਿੰਦੇ ਨੇ ਆਪਣੇ ਕੋਲ। ਨੈਕਸਟ ਹੈ ਜੀ ਆਪਣੇ ਕੋਲ ਵਾਟ ਆਰ ਦਾ ਡਿਫਰੈਂਸ ਬਿਟਵੀਨ ਬ੍ਰੋਇਲਰਸ ਐਂਡ ਲੇਅਰਸ ਐਂਡ ਇਨ देयर ਮੈਨੇਜਮੈਂਟ। ਸੋ ਆਪਣੇ ਕੋਲ ਜਿਹੜਾ ਡਿਫਰੈਂਸ ਹੈ, ਬ੍ਰੋਇਲਰਸ ਦੇ ਆਰ ਗਰੋਨ ਫॉर ਮੀਟ ਪ੍ਰੋਡਕਸ਼ਨ, layers they are grown for eggs production। next they need high protein diet and they need a balanced diet with all nutrients। next important what are the advantages of composite fish culture। ਮਿਸ਼ਰਤ ਮੱਛੀ ਕਲਚਰ ਦਾ ਜਿਵੇਂ ਮਤਲਬ ਕਿ ਉਹਦੇ ਐਡਵਾਂਟੇਜ ਕੀ ਨੇ। in composite fish culture 5 or 6 fish species are grown single fish pond। different species are selected so that they do not compete for food among themselves। as a result the food available in all parts of the pond is utilized। this increases the fish yield from the pond। next ਹੈ ਜੀ ਆਪਣੇ ਕੋਲ how do good animal husbandry practices benefit farmers। so first ਆਪਣੇ ਕੋਲ it provides improved breed of domestic animal। second it increases the production of products like milk, egg and meat। next ਆਪਣੇ ਕੋਲ protects against diseases and help the farmer to improve their economic condition। next ਜਿਹੜਾ ਕੁਐਸਚਨ ਆਪਣੇ ਕੋਲ ਇੰਪੋਰਟੈਂਟ what are the benefit of cattle farming। cattle farming ਦੇ ਆਪਣੇ ਕੋਲ ਕੀ ਬੈਨੀਫਿਟ ਨੇ। it provides milk, ਦੁੱਧ ਮਿਲਦਾ ਹੈ। it provides good quality meat, fiber and ਸਕਿਨ। ਸੋ ਇਹ ਸੀ ਜੀ ਸਾਡੇ ਕੋਲ ਸਾਇੰਸ ਦੇ ਇੰਗਲਿਸ਼ ਮੀਡੀਅਮ ਦੇ ਵਿੱਚ ਇੰਪੋਰਟੈਂਟ ਕੁਐਸਚਨ ਆਨਸਰ। ਸੋ ਜੁੜੇ ਰਹੋ ਜੀ ਫਿਰ ਜੈਸਟ ਟੂਟੋ ਦੇ ਨਾਲ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।